हाँ जी, सत श्री अकाल साਰਿਆਂ ਨੂੰ। ਵੈਲਕਮ ਟੂ CBC ਅਕੈਡਮੀ ਅਬੋਰ। ਮੈਂ ਹਾਂ ਅਰੁਣ ਤਨੇਜਾ। ਅੱਜ ਆਪਾਂ ਕੰਟੀਨਿਊ ਕਰਨ ਲੱਗੇ ਹਾਂ ਮੋਸਟ ਇੰਪੋਰਟੈਂਟ GS ਕੁਐਸਚਨ ਫॉर PCS 2020। ਇਹ ਆਪਣਾ ਪਾਰਟ 5 ਹੈ। ਪਾਰਟ 4 ਆਪਾਂ ਆਲਰੇਡੀ ਕਰਵਾ ਚੁੱਕੇ ਹਾਂ। ਉਹਦੇ ਵਿੱਚ ਜਿਹੜੇ ਕੁਐਸਚਨ ਕਰਵਾਏ ਆ ਬਹੁਤ ਹੀ ਰੈਲੇਵੈਂਟ ਕੁਐਸਚਨ ਹੈ ਜਿਹੜਾ ਆਪਣਾ PCS 2020 ਆਉਣ ਵਾਲਾ ਹੈ। ਸੋ ਉਹ ਜਾ ਕੇ ਵੀਡੀਓਜ਼ ਜ਼ਰੂਰ ਵੇਖੋ। ਹਾਂਜੀ, ਆਪਾਂ ਸਟਾਰਟ ਕਰਦੇ ਹਾਂ। ਅੱਜ ਦਾ ਪਹਿਲਾ ਕੁਐਸਚਨ ਤੁਹਾਨੂੰ ਫਾਰਮੈਟ ਪਤਾ ਹੀ ਹੋਊਗਾ। ਜਦੋਂ ਆਪਾਂ ਕੁਐਸਚਨ ਡਿਸਕਸ ਕਰਦੇ ਹਾਂ ਆਪਾਂ ਇਹ ਵੀ ਡਿਸਕਸ ਕਰਦੇ ਹਾਂ ਵੀ ਉਸ ਕੁਐਸਚਨ ਨੂੰ ਸੋਲਵ ਕਰਨ ਦੇ ਤਰੀਕੇ ਕੀ ਹੈ, ਉਸ ਕੁਐਸਚਨ ਦੇ ਨਾਲ ਜਿੰਨੀ ਵੀ ਰਿਲੇਟਡ ਇਨਫੋਰਮੇਸ਼ਨ ਹੈ ਉਹਨੂੰ ਵੀ ਪੜ੍ਹਦੇ ਹਾਂ। ਸੋ ਪੈਨ ਕਾਪੀ ਆਪਦੇ ਨਾਲ ਰੱਖੋ ਤੇ ਕੁਐਸਚਨਸ ਨੂੰ ਧਿਆਨ ਨਾਲ ਪੜ੍ਹੋ। ਸੋ ਆਪਣਾ ਜਿਹੜਾ ਪਹਿਲਾ ਕੁਐਸਚਨ ਹੈ ਉਹ ਆਪਾਂ ਪੜ੍ਹਦੇ ਹਾਂ। ਦ ਏਮ ਆਫ ਦ ਐਜੂਕੇਸ਼ਨ ਐਜ਼ ਸਟੇਟਡ ਬਾਈ ਦ ਵੁੱਡ ਡਿਸਪੈਚ ਆਫ ਦ 1854 ਵਾਸ। ਫਸਟ ਹੈ ਦ ਕ੍ਰੀਏਸ਼ਨ ਆਫ ਦ ਇੰਪਲੋਇਮੈਂਟ opportunities for the native Indians. Second है the spread of the western culture in India. C option है the promotion of the literacy among the people using English medium of language. The introduction of the scientific research and nationalism in the traditional and Indian education. ਸੋ ਵੁੱਡ ਡਿਸਪੈਚ ਆਇਆ ਸੀਗਾ 1854 ਦੇ ਵਿੱਚ, ਜਿਹੜਾ ਕਿ ਐਜੂਕੇਸ਼ਨ ਕਮਿਸ਼ਨ ਸੀਗੀਆਂ। ਉਹਦਾ ਜਿਹੜਾ ਮੇਨ ਏਮ ਕੀ ਸੀਗਾ ਉਹ ਕੁਐਸਚਨ ਪੁੱਛਿਆ ਗਿਆ। ਉਹਦੇ 4 ਆਪਸ਼ਨ ਦਿੱਤੇ ਗਏ ਹੈ। ਸੋ ਜਿਹੜਾ ਆਪਣਾ ਇਹਦੇ ਅਕੋਰਡਿੰਗ ਆਨਸਰ ਬਣਦਾ ਉਹ ਬਣਦਾ ਡੀ, ਦ ਇੰਟਰੋਡਕਸ਼ਨ ਆਫ ਦ ਸਾਇੰਟੀਫਿਕ ਰਿਸਰਚ ਐਂਡ ਦ ਰੈਸ਼ਨਲਿਜ਼ਮ ਇਨ ਦ ਟ੍ਰੈਡੀਸ਼ਨਲ ਇੰਡੀਅਨ ਐਜੂਕੇਸ਼ਨ। ਜਿਹੜਾ ਵੁੱਡ ਡਿਸਪੈਚ ਆਇਆ ਸੀਗਾ 1854 ਦੇ ਵਿੱਚ, ਜਿਹੜਾ ਕਿ ਲਾਰਡ ਡਲਹੌਜ਼ੀ ਦੇ ਟਾਈਮ ਦੇ ਵਿੱਚ ਆਇਆ ਸੀਗਾ। ਉਹਦਾ ਮੇਨ ਏਮ ਕੀ ਸੀਗਾ ਵੀ ਜਿਹੜੀ ਰੈਸ਼ਨਲਿਜ਼ਮ ਦੀ ਐਜੂਕੇਸ਼ਨ ਹੈ ਜਾਂ ਕਹਿ ਸਕਦੇ ਰੈਸ਼ਨਲ ਐਜੂਕੇਸ਼ਨ ਹੈ ਉਹਨੂੰ ਪ੍ਰਮੋਟ ਕੀਤਾ ਜਾਵੇ, ਵੂਮਨ ਐਜੂਕੇਸ਼ਨ ਨੂੰ ਪ੍ਰਮੋਟ ਕੀਤਾ ਜਾਵੇ, ਵੋਕੇਸ਼ਨਲ ਟ੍ਰੇਨਿੰਗ ਨੂੰ ਪ੍ਰਮੋਟ ਕੀਤਾ ਜਾਵੇ, ਇੰਡੀਆ ਦੇ ਵਿੱਚ ਯੂਨੀਵਰਸਿਟੀਜ਼ ਐਸਟੈਬਲਿਸ਼ ਕੀਤੀਆਂ ਜਾਣ। ਜਿਹੜਾ ਆਪਣਾ ਹੁਣ ਦਾ ਐਜੂਕੇਸ਼ਨ ਸਿਸਟਮ ਹੈ ਕਿਤੇ ਨਾ ਕਿਤੇ ਉਹ ਬੋਰੋ ਕੀਤਾ ਗਿਆ ਵੁੱਡ ਡਿਸਪੈਚ ਸਿਸਟਮ ਤੋਂ। ਕਦੋਂ ਆਇਆ ਸੀ ਵੁੱਡ ਡਿਸਪੈਚ? 1854 ਦੇ ਵਿੱਚ ਆਇਆ ਸੀਗਾ। ਕਿਹੜੇ ਲੋਰਡ ਸੀਗੇ ਜਦੋਂ ਵੁੱਡ ਡਿਸਪੈਚ ਆਇਆ ਸੀਗਾ? ਤਾਂ ਉਹ ਆਇਆ ਸੀਗਾ ਲਾਰਡ ਡਲਹੌਜ਼ੀ ਦੇ ਟਾਈਮ 'ਤੇ ਵੁੱਡ ਡਿਸਪੈਚ ਆਇਆ ਸੀਗਾ। ਜਿਹੜਾ ਵੁੱਡ ਡਿਸਪੈਚ ਨੂੰ ਮੈਗਨਾ ਕਾਰਟਾ ਆਫ ਇੰਡੀਅਨ ਐਜੂਕੇਸ਼ਨ ਵੀ ਕਿਹਾ ਜਾਂਦਾ ਹੈ, ਕਿਉਂਕਿ ਜਿਹੜੀ ਆਪਣੀ ਹੁਣ ਦੀ ਐਜੂਕੇਸ਼ਨ ਹੈ ਕਿਤੇ ਨਾ ਕਿਤੇ ਬਹੁਤ ਹੀ ਜ਼ਿਆਦਾ ਉਹਦੇ ਨਾਲ ਮਿਲਦੀ ਜੁਲਦੀ ਹੈ। ਵੁੱਡ ਡਿਸਪੈਚ ਦੇ ਅਕੋਰਡਿੰਗ ਜਿਹੜੀ ਆਪਣੀ ਪਹਿਲੀ ਐਜੂਕੇਸ਼ਨ ਹੈ ਉਹ ਵਰਨਾਕੂਲਰ ਲੈਂਗੁਏਜਿਸ ਦੇ ਵਿੱਚ ਹੋਊਗੀ। ਜਿਹੜੀ ਆਪਣੀ ਹਾਇਰ ਐਜੂਕੇਸ਼ਨ ਹੈ ਉਹ ਇੰਗਲਿਸ਼ ਦੇ ਵਿੱਚ ਹੋਊਗੀ। ਪਹਿਲੀ ਐਜੂਕੇਸ਼ਨ ਦਾ ਮਤਲਬ ਹੋਇਆ ਪ੍ਰਾਇਮਰੀ ਜਾਂ ਅਪਰ ਪ੍ਰਾਇਮਰੀ ਐਜੂਕੇਸ਼ਨ ਹੈ ਉਹ ਵਰਨਾਕੂਲਰ ਲੈਂਗੁਏਜਿਸ ਦੇ ਵਿੱਚ, ਜਿਹੜੀ ਆਪਣੀ ਹਾਇਰ ਐਜੂਕੇਸ਼ਨ ਹੈ ਉਹ ਇੰਗਲਿਸ਼ ਲੈਂਗੁਏਜ ਦੇ ਵਿੱਚ। ਜਿਹੜਾ ਆਪਣਾ ਵੁੱਡ ਡਿਸਪੈਚ ਹੈ ਉਹਦੇ ਅਕੋਰਡਿੰਗ 3 ਯੂਨੀਵਰਸਿਟੀਜ਼ ਇਸਟੈਬਲਿਸ਼ ਕੀਤੀਆਂ ਗਈਆਂ ਸੀਗੀਆਂ, ਮਦਰਾਸ, ਬੰਬੇ ਤੇ ਕੈਲਕਟਾ। ਉਹ ਕਦੋਂ ਇਸਟੈਬਲਿਸ਼ ਹੋਈਆਂ ਸੀਗੀਆਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ, ਤੇ ਕਿਹੜੇ ਲੋਰਡ ਦੇ ਦੌਰਾਨ ਹੋਈਆਂ ਸੀਗੀਆਂ ਇਹ ਵੀ ਦੱਸਣਾ। ਸੋ ਕਦੋਂ ਆਇਆ ਸੀਗਾ ਵੁੱਡ ਡਿਸਪੈਚ? 1854। ਕਿਹੜੇ ਲੋਰਡ ਦੇ ਦੌਰਾਨ ਆਇਆ ਸੀਗਾ? ਲਾਰਡ ਡਲਹੌਜ਼ੀ ਦੇ ਟਾਈਮ ਤੇ। ਇਹਨੂੰ ਮੈਗਨਾ ਕਾਰਟਾ ਆਫ ਦ ਇੰਡੀਅਨ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਹੁਣ ਆਪਾਂ ਪੜ੍ਹਦੇ ਹਾਂ, ਥੋੜੀ ਜਿਹੀ ਐਕਸਪਲੇਨੇਸ਼ਨ ਇਹਦੇ ਵਿੱਚ ਕੀਤੀ ਗਈ ਹੈ। ਵੁੱਡ ਡਿਸਪੈਚ 1854 ਵਿਚ ਇਜ਼ ਆਲਸੋ ਕਾਲਡ ਦ ਮੈਗਨਾ ਕਾਰਟਾ ਆਫ ਇੰਡੀਅਨ ਐਜੂਕੇਸ਼ਨ ਏਮਡ ਐਟ ਦ introduction of the scientific research and the rationalism in the traditional Indian education. ਹੋਪਫੁਲੀ ਤੁਹਾਨੂੰ ਸਾਰਾ ਵੁੱਡ ਡਿਸਪੈਚ ਕਲੀਅਰ ਹੋ ਗਿਆ ਹੋਊਗਾ ਵੀ ਇਹਦੇ ਵਿੱਚ ਹੈ ਕੀ ਤੇ ਇਹ ਕੰਮ ਕਿਵੇਂ ਕਰਦਾ ਸੀਗਾ। ਸੋ ਆਪਾਂ ਨੈਕਸਟ ਪੜ੍ਹਦੇ ਹਾਂ ਕੀ ਹੈ। ਡਿਊਰਿੰਗ ਦ ਇੰਡੀਅਨ ਫਰੀडम ਸਟਰਗਲ ਦ ਖੁਦਾਈ ਖਿਦਮਰਸ ਆਲਸੋ ਨੋਨ ਐਜ਼ ਦ ਰੈੱਡ ਸ਼ਰਟ ਕਾਲਡ ਫੋਰ। ਹਾਂਜੀ, ਜਿਹੜੇ ਖੁਦਾਈ ਖਿਦਮਤ ਸੀਗੇ ਜਾਂ ਰੈੱਡ ਸ਼ਰਟ ਸੀਗੇ ਉਹਨਾਂ ਦਾ ਕੰਮ ਕੀ ਸੀਗਾ ਜਾਂ ਕੌਣ ਸੀਗੇ, ਇਹ ਇਸ ਕੁਐਸਚਨ ਦੇ ਵਿੱਚ ਪੁੱਛਿਆ ਗਿਆ। ਕੁਐਸਚਨ ਨੂੰ ਆਪਾਂ ਬਹੁਤ ਹੀ ਬਰੀਕੀ ਦੇ ਨਾਲ ਪੁੱਛਣਾ ਹੈ ਜਾਂ ਪੜ੍ਹਨਾ ਹੈ ਵੀ ਇਹਦੇ ਵਿੱਚ ਪੁੱਛਿਆ ਕੀ ਗਿਆ। ਸੋ ਪਹਿਲਾ ਆਪਸ਼ਨ ਹੈ ਦ ਯੂਨੀਅਨ ਆਫ ਦ ਪਸ਼ਤਾਨ ਟਰਾਈਬਲ ਏਰੀਆਜ਼ ਇਨ ਦ ਨਾਰਥ ਵੈਸਟ ਵਿਦ ਦ ਅਫਗਾਨਿਸਤਾਨ। ਇਹ ਆਪਸ਼ਨ ਨਹੀਂ ਗਾ। ਦ ਸੈਕਿੰਡ ਆਪਸ਼ਨ ਹੈ ਅਡੋਪਸ਼ਨ ਆਫ ਦ ਟੈਰਰਿਸਟ ਟੈਕਟਿਕਸ ਐਂਡ ਦ ਮੈਥਡ ਫॉर ਟੈਰਰਿਜ਼ਾਈਜ਼ਿੰਗ ਫਾਈਨਲੀ ਦ ਆਊਟਸਿੰਗ ਦ ਕਲੋਨੀਅਲ ਰੂਲਰਸ। ਇਹ ਵੀ ਆਪਸ਼ਨ ਹੈ ਨਹੀਂ ਗਾ। ਨੈਕਸਟ ਆਪਸ਼ਨ ਹੈ ਅਡੋਪਸ਼ਨ ਆਫ ਦ ਕਮਿਊਨਿਸਟ ਰੈਵੋਲੂਸ਼ਨਰੀ ਆਈਡੀਓਲੋਜੀ ਫॉर ਦ ਪੋਲੀਟੀਕਲ ਐਂਡ ਦ ਸੋਸ਼ਲ ਰਿਫਾਰਮ। ਡੀ ਆਪਸ਼ਨ ਹੈ ਦ ਪਠਾਨ ਰੀਜਨਲ ਨੈਸ਼ਨਲਿਸਟ ਯੂਨਿਟੀ ਐਂਡ ਦਾ ਸਟਰਗਲ ਅਗੇਂਸਟ ਦਾ ਕਲੋਨਲਿਜ਼ਮ। ਪਠਾਨ ਹੈਗੇ ਸੀਗੇ, ਉਹ ਕੁਛ ਨਾ ਕੁਛ ਗਾਂਧੀ ਜੀ ਨਾਲ ਜੁੜੇ ਹੋਏ ਸੀਗੇ। ਉਹਨਾਂ ਵਿੱਚੋਂ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਖੁਦਾਈ ਖੁਦਮਰਸ ਜਾਂ ਕਿਹਾ ਜਾਂਦਾ ਸੀ ਰੈੱਡ ਸ਼ਰਟਸ। ਉਹ ਗਾਂਧੀ ਜੀ ਦੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਹੋਈ ਸੀ ਜੋ 1930 ਦੇ ਵਿੱਚ, ਜਿਹੜੀ ਸਟਾਰਟ ਹੋਈ ਸੀ ਡਾਂਡੀ ਤੋਂ। ਇਹ ਆਪਾਂ ਦੱਸਿਆ ਹੋਇਆ ਵੀ ਜਿਹੜੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਬਾਰੇ ਪਹਿਲੇ ਲੈਕਚਰ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਪੜ੍ਹਿਆ ਹੋਇਆ, ਉੱਥੋਂ ਪੜ੍ਹ ਲਿਓ ਜੀ। ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਦੌਰਾਨ ਖੁਦਾਈ ਖਿਦਮਤ ਜਾਂ ਕਹਿ ਸਕਦੇ ਆ ਰੈੱਡ ਸ਼ਰਟਸ ਉੱਭਰ ਕੇ ਸਾਹਮਣੇ ਆਏ ਸੀਗੇ। ਇਹਨਾਂ ਦਾ ਜਿਹੜਾ ਮੇਨ ਲੀਡਰ ਸੀਗੇ ਅਬਦੁਲ ਗਫਾਰ ਖਾਨ, ਬਹੁਤ ਹੀ ਇੰਪੋਰਟੈਂਟ ਲੀਡਰ ਸੀਗੇ। ਇਹਨਾਂ ਦੇ ਲੀਡਰ ਕੌਣ ਸੀਗੇ? ਅਬਦੁਲ ਗਫਾਰ ਖਾਨ। ਇਹਨਾਂ ਨੂੰ ਰੈੱਡ ਸ਼ਰਟਸ ਵੀ ਕਿਹਾ ਜਾਂਦਾ ਸੀ, ਖੁਦਾਈ ਖਿਦਮਤ ਵੀ ਕਿਹਾ ਜਾਂਦਾ ਸੀਗਾ। ਇਹ ਨੈਸ਼ਨਲਿਸਟ ਸੀਗੇ, ਨੌਨ ਵਾਇਲੈਂਟ ਜਿਹੜੇ ਤਰੀਕੇ ਆ ਨੈਸ਼ਨਲਿਜ਼ਮ ਦੇ ਜਾਂ ਕਹਿ ਸਕਦੇ ਮੂਵਮੈਂਟ ਦੇ ਉਹਨਾਂ 'ਤੇ ਬਿਲੀਵ ਕਰਦੇ ਸੀਗੇ। ਇਹ ਕਦੋਂ ਉੱਭਰ ਕੇ ਸਾਹਮਣੇ ਆਏ ਸੀਗੇ? ਸਿਵਲ ਡਿਸਓਬੀਡੀਐਂਟ ਮੂਵਮੈਂਟ ਦੇ ਦੌਰਾਨ ਇਹ ਉੱਭਰ ਕੇ ਸਾਹਮਣੇ ਆਏ ਸੀਗੇ। ਇਹ ਸਾਰੀਆਂ ਗੱਲਾਂ ਆਪਾਂ ਧਿਆਨ ਰੱਖਣੀ। ਹੁਣ ਆਪਾਂ ਥੋੜ੍ਹੀ ਜਿਹੀ ਇਹਦੀ ਐਕਸਪਲੇਨੇਸ਼ਨ ਪੜ੍ਹਦੇ ਹਾਂ।
During the freedom struggle, the Khudai Khidmat, also called as the Red T-shirts movement, was organized by the Khan Abdul Ghaffar Khan, also called the Frontier Gandhi। ਇਹਨੂੰ Frontier Gandhi ਵੀ ਕਿਹਾ ਜਾਂਦਾ ਹੈ। ਕੱਲ ਨੂੰ ਕੁਐਸਚਨ ਆ ਜਾਂਦਾ Frontier Gandhi ਕੌਣ ਹੈ, ਤਾਂ ਉਹਦਾ ਆਨਸਰ ਆ ਜਾਊਗਾ ਖਾਨ ਅਬਦੁਲ ਗਫਾਰ ਖਾਨ। ਸੋ ਇਹ ਸਾਰੀਆਂ ਗੱਲਾਂ ਆਪਾਂ ਧਿਆਨ ਦੇ ਵਿੱਚ ਰੱਖਣੀਆਂ। ਇਹ ਕਦੋਂ ਉੱਭਰ ਕੇ ਸਾਹਮਣੇ ਆਏ ਸੀਗੇ? ਇਹ ਸਾਹਮਣੇ ਆਏ ਸੀਗੇ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਦੌਰਾਨ। ਹੀ ਕਾਲਡ ਫॉर द ਪਠਾਨ ਰੀਜਨਲ ਨੈਸ਼ਨਲ ਯੂਨਿਟੀ ਐਂਡ ਦ ਸਟਰਗਲ ਅਗੇਂਸਟ ਦ ਕਲੋਨਲਿਜ਼ਮ। ਹਾਂਜੀ, ਇਹਨਾਂ ਨੇ ਜਿਹੜਾ ਬ੍ਰਿਟਿਸ਼ਰ ਗੌਰਮੈਂਟ ਸੀਗਾ ਉਹਦੇ ਅਗੇਂਸਟ ਆਪਣਾ ਜਿਹੜਾ ਯੁੱਧ ਕੀਤਾ ਸੀਗਾ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਦੌਰਾਨ। ਮੈਂ ਤੁਹਾਨੂੰ ਦੱਸਣਾ ਚਾਹੂੰਗਾ ਇੱਕ ਦੋ ਗੱਲਾਂ ਹੋਰ ਹੈ। ਅਬਦੁਲ ਗਫਾਰ ਖਾਨ ਇੱਕ ਹੀ ਮੁਸਲਿਮਸ ਹੈ ਜਿਨ੍ਹਾਂ ਨੂੰ ਜਿਹੜੇ ਪਾਕਿਸਤਾਨ ਵਿੱਚ ਵੀ ਰਹਿੰਦੇ ਸੀਗੇ ਪਰ ਉਹਨਾਂ ਨੂੰ ਭਾਰਤ ਰਤਨ ਮਿਲਿਆ ਹੋਇਆ ਹੈ। ਇੱਕ ਸੈਕਿੰਡ ਹੈ ਨੈਲਸਨ ਮੰਡੇਲਾ ਜਿਹੜੇ ਕਿ ਆਊਟ ਆਫ ਇੰਡੀਆ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ। ਇਹ ਦੋ ਹੀ ਪਰਸਨੈਲਿਟੀਜ਼ ਹੈ ਜਿਹੜੀ ਆਊਟ ਆਫ ਇੰਡੀਆ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ, ਬਾਕੀ ਹੋਰ ਕਿਸੇ ਹੋਰ ਪਰਸਨੈਲਿਟੀ ਨੂੰ ਭਾਰਤ ਰਤਨ ਨਹੀਂ ਮਿਲਿਆ। ਜਿਹੜੇ ਅਬਦੁਲ ਗਫਾਰ ਖਾਨ ਹੈ ਜਾਂ ਕਹਿ ਸਕਦੇ ਖਾਨ ਅਬਦੁਲ ਗਫਾਰ ਖਾਨ ਹੈ, ਇਹਨਾਂ ਨੂੰ ਸਿਰਫ ਜਿਹੜੀ ਮੂਵਮੈਂਟ ਹੈ ਰੈੱਡ ਸ਼ਰਟ ਮੂਵਮੈਂਟ ਹੈ ਐਸੇ ਕਰਕੇ ਹੀ ਦਿੱਤਾ ਗਿਆ ਸੀਗਾ ਕਿਉਂਕਿ ਇਹਨਾਂ ਨੇ ਫਰੀडम ਸਟਰਗਲ ਦੇ ਵਿੱਚ ਬਹੁਤ ਹੀ ਇੱਕ ਮੇਜਰ ਰੋਲ ਪਾਰਟ ਪਲੇ ਕੀਤਾ ਸੀਗਾ ਤੇ ਕੁਐਸਚਨ ਵੀ ਬਹੁਤ ਹੀ ਰੈਲੇਵੈਂਟ ਬਣਦਾ ਹੈ। ਕਈ ਐਗਜ਼ਾਮ ਤੁਸੀਂ ਵੇਖਿਆ ਵੀ ਹੋਊਗਾ। ਸੋ ਆਪਾਂ ਅੱਗੇ ਪੜ੍ਹਦੇ ਹਾਂ ਕੀ ਹੈ। ਹੂ ਅਮੰਗ ਆਫ ਦ ਫੋਲੋਇੰਗ ਲੇਡ ਦ ਫਾਊਂਡੇਸ਼ਨ ਆਫ ਦ ਰਾਸ਼ਟਰਕੂਟਾ ਇੰਪਾਇਰ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਕਿਤੇ ਨਾ ਕਿਤੇ ਤੁਹਾਨੂੰ ਐਗਜ਼ਾਮ 'ਚ ਵੇਖਣ ਨੂੰ ਪਹਿਲਾਂ ਹੀ ਮਿਲਿਆ ਹੋਊਗਾ ਜੇ ਅਗਰ ਤੁਸੀਂ ਐਗਜ਼ਾਮ ਪਹਿਲਾਂ ਦਿੱਤੇ ਹੋਏ ਹੈ। ਰਾਸ਼ਟਰਕੂਟਾ ਇੰਪਾਇਰ ਦੀ ਫਾਊਂਡੇਸ਼ਨ ਕਿਹਨੇ ਰੱਖੀ ਸੀਗੀ, ਤਾਂ ਉਹਦਾ ਆਨਸਰ ਆ ਜਾਊਗਾ ਦਾਂਤੀ ਦੁਰਗਾ। ਦਾਂਤੀ ਦੁਰਗਾ ਨੇ ਜਿਹੜੀ ਇਹ ਫਾਊਂਡੇਸ਼ਨ ਰੱਖੀ ਸੀਗੀ ਕਿਹੜੇ ਇੰਪਾਇਰ ਦੀ? ਰਾਸ਼ਟਰਕੂਟਾ ਜਿਹੜਾ ਇੰਪਾਇਰ ਸੀਗਾ ਕਰਨਾਟਕਾ ਜਿਹੜਾ ਹੁਣ ਪ੍ਰੈਜ਼ੈਂਟ ਕਰਨਾਟਕਾ ਹੈ ਉੱਥੇ ਫੈਲਿਆ ਹੋਇਆ ਸੀਗਾ। ਸੋ ਆਪਾਂ ਥੋੜ੍ਹਾ ਜਿਹਾ ਐਕਸਪਲੇਨੇਸ਼ਨ ਪੜ੍ਹਦੇ ਹਾਂ ਕੀ ਹੈ। ਦਾਂਤੀ ਦੁਰਗਾ ਲੇਡ ਦ ਫਾਊਂਡੇਸ਼ਨ ਆਫ ਦ ਰਾਸ਼ਟਰਕੂਟਾ ਇੰਪਾਇਰ। ਹਿਜ਼ ਓਰੀਜਨਲ ਨੇਮ ਵਾਜ਼ ਦਾ ਦਾਂਤੀ ਵਰਮਨ। ਇਹਦਾ ਜਿਹੜਾ ਓਰੀਜਨਲ ਨਾਮ ਸੀਗਾ ਉਹ ਦਾਂਤੀ ਵਰਮਨ ਸੀਗਾ। ਸਭ ਤੋਂ ਇੰਪੋਰਟੈਂਟ ਗੱਲ ਇਹ ਰਹਿੰਦੀ ਹੈ ਦਾਂਤੀ ਦੁਰਗਾ ਨੇ ਫਾਊਂਡੇਸ਼ਨ ਕੀਤੀ ਰਾਸ਼ਟਰਕੂਟਾ ਇੰਪਾਇਰ ਦੀ। ਜਿੰਨੇ ਵੀ ਕੁਐਸਚਨ ਪਹਿਲਾਂ ਐਗਜ਼ਾਮ ਦੇ ਵਿੱਚ ਆਏ ਹੋਏ ਆ ਜਾਂ ਆਉਣ ਦੇ ਚਾਂਸਿਸ ਹੈ ਆਪਾਂ ਉਹੀ ਕੁਐਸਚਨ ਅਟੈਂਪਟ ਕਰ ਰਹੇ ਹਾਂ। ਇਟ ਓਵਰਥਰੋ ਦਾ ਚਾਲੁਕਨ ਕੀਰਤੀ ਵਰਮਨ। ਕਿਹਨੂੰ ਬਾਹਰ ਕੱਢਿਆ ਸੀਗਾ? ਚਾਲੁਕਿਅਨ ਰੂਲਰ ਸੀਗਾ ਕੀਰਤੀ ਵਰਮਨ ਉਹਦਾ ਨਾਮ ਸੀਗਾ। ਉਹਨੂੰ ਓਵਰਥਰੋ ਕਰਕੇ ਦਾਂਤੀ ਦੁਰਗਾ ਉੱਭਰ ਕੇ ਸਾਹਮਣੇ ਆਇਆ ਸੀ ਜਾਂ ਕਹਿ ਸਕਦੇ ਆ ਉਹਨੇ ਇੱਕ ਨਵੇਂ ਰਾਜ ਦੀ ਫਾਊਂਡੇਸ਼ਨ ਰੱਖੀ ਸੀਗੀ ਜਿਹਦਾ ਨਾਮ ਸੀਗਾ ਰਾਸ਼ਟਰਕੂਟਾ ਇੰਪਾਇਰ। ਰਾਸ਼ਟਰਕੂਟਾ ਇੰਪਾਇਰ ਹੋਰ ਕਿਹੜੀਆਂ ਚੀਜ਼ਾਂ ਵਾਸਤੇ ਫੇਮਸ ਹੈ? ਜਿਹੜੀ ਹਾਥੀ ਗੁਫਾ ਇਨਸਕ੍ਰਿਪਸ਼ਨ ਹੈ, ਇਲੋਰਾ ਕੇਵਸ ਹੈ, ਇਹ ਸਾਰੀਆਂ ਰਾਸ਼ਟਰਕੂਟਾਸ ਨੇ ਬਣਵਾਈਆਂ ਸੀਗੀਆਂ। ਇਸ ਲਈ ਇਹ ਬਹੁਤ ਹੀ ਇੰਪੋਰਟੈਂਟ ਰਹਿੰਦਾ ਰਾਸ਼ਟਰਕੂਟਾ ਇੰਪਾਇਰਸ। ਇਹ ਕਦੋਂ ਕੁ ਜੇ ਆਇਆ ਸੀਗਾ? ਇਹ 1800 BC ਦੇ 800 AD ਦੇ ਅਰਾਊਂਡ ਆਇਆ ਸੀਗਾ ਰਾਸ਼ਟਰਕੂਟਾ ਇੰਪਾਇਰ। ਜਾਂ ਆਪਾਂ ਕਹਿ ਸਕਦੇ ਹਾਂ ਜਦੋਂ ਆਪਣਾ ਮਿਡਵਲ ਈਰਾ ਸਟਾਰਟ ਹੋ ਰਿਹਾ ਸੀਗਾ ਉਦੋਂ। ਇਟ ਓਵਰਥਰੂ ਦਾ ਚਾਲੁਕਿਅਨ ਰੂਲਰ ਕੀਰਤੀ ਵਰਮਨ ਐਂਡ ਵੈਂਟ ਔਨ ਬਿਲਡ ਔਨ ਦਾ ਇੰਪਾਇਰ ਗੁਲਬਰਗ ਰੀਜਨ ਇਨ ਦਾ ਮਾਡਰਨ ਕਰਨਾਟਕਾ। ਜਿਵੇਂ ਤੁਹਾਨੂੰ ਦੱਸਿਆ ਵੀ ਜਿਹੜਾ ਇਹਦਾ ਰੀਜਨ ਸੀਗਾ ਉਹ ਕਰਨਾਟਕਾ ਦੇ ਵਿੱਚ ਸੀਗਾ। ਫਿਰ ਆਪਾਂ ਪੜ੍ਹਦੇ ਹਾਂ ਵੀ ਰਾਸ਼ਟਰਕੂਟਾ ਇੰਪਾਇਰ ਕਿਹਨੇ ਇਸਟੈਬਲਿਸ਼ ਕੀਤਾ ਸੀਗਾ? ਦਾਂਤੀ ਦੁਰਗਾ ਨੇ। ਕਿਹਨੂੰ ਮਾਰ ਕੇ ਇਸਟੈਬਲਿਸ਼ ਕੀਤਾ ਸੀਗਾ? ਚਾਲੁਕਿਅਨ ਰੂਲਰ ਸੀਗਾ ਕੀਰਤੀ ਵਰਮਨ। ਚਾਲੁਕਿਅਨ ਦਾ ਜਿਹੜਾ ਰਾਜ ਖਤਮ ਕਰਕੇ ਦਾਂਤੀ ਦੁਰਗਾ ਨੇ ਆਪਣਾ ਰਾਜ ਇਸਟੈਬਲਿਸ਼ ਕੀਤਾ ਸੀਗਾ ਜਿਹੜਾ ਸੀਗਾ ਰਾਸ਼ਟਰਕੂਟਾ ਇੰਪਾਇਰ। ਸੋ ਆਪਾਂ ਅੱਗੇ ਪੜ੍ਹਦੇ ਹਾਂ। ਬਿਟਵੀਨ ਵਿਚ ਆਫ ਦਾ ਫੋਲੋਇੰਗ ਵਾਜ਼ ਦਾ ਐਂਸ਼ੀਅੰਟ ਟਾਊਨ ਆਫ ਦਾ ਤਕਸ਼ਿਲਾ ਲੋਕੇਟਿਡ। ਜਿਹੜਾ ਆਪਣਾ ਤਕਸ਼ਿਲਾ ਟਾਊਨ ਹੈ ਐਂਸ਼ੀਅੰਟ ਟਾਈਮ ਦਾ ਬਹੁਤ ਹੀ ਇੰਪੋਰਟੈਂਟ ਟਾਊਨ ਸੀ ਇੱਕ ਆਪਣੇ ਟਾਈਮ ਦਾ, ਇੱਕ ਬਹੁਤ ਹੀ ਅਰਲੀਅਰ ਸਿਵਲਾਈਜੇਸ਼ਨ ਸੀਗੀ। ਉਹ ਕਿਹੜੇ ਰਿਵਰਸ ਦੇ ਵਿਚਕਾਰ ਪਾਇਆ ਜਾਂਦਾ ਸੀਗਾ? ਤਾਂ ਆਪਾਂ ਨੂੰ ਆਪਸ਼ਨ ਦਿੱਤੇ ਹੋਏ ਇੰਡਸ ਜੇਲਮ ਚਹਿਨਾਬ ਰਾਵੀ ਐਂਡ ਰਾਵੀ ਬਿਆਸ। ਸੋ ਆਪਣਾ ਆਨਸਰ ਹੋਊਗਾ ਇੰਡਸ ਦੇ ਜੇਲਮ ਦੇ ਵਿੱਚ ਪਾਇਆ ਜਾਂਦਾ ਸੀਗਾ। ਕਿਹੜਾ ਰਾਜ ਪਾਇਆ ਜਾਂਦਾ ਸੀ? ਦਾ ਤਕਸ਼ਿਲਾ ਰਾਜ ਪਾਇਆ ਜਾਂਦਾ ਸੀਗਾ ਇੰਡਸ ਤੇ ਜੇਲਮ ਰਿਵਰ ਦੇ ਵਿੱਚ। ਸੋ ਆਪਾਂ ਗੱਲਾਂ ਸਾਰੀਆਂ ਧਿਆਨ ਰੱਖਣੀਆਂ। ਜਿੰਨੇ ਵੀ ਤੁਹਾਨੂੰ ਕੁਐਸਚਨ ਕਰਵਾ ਰਹੇ ਹਾਂ ਬਹੁਤ ਹੀ ਰੈਲੇਵੈਂਟ ਐਗਜ਼ਾਮ ਦੇ ਨਾਲ। ਸੋ ਧਿਆਨ ਨਾਲ ਸੁਣਨੇ ਆ, ਕਾਪੀ ਪੈਨ 'ਤੇ ਵੀ ਲਿਖੀ ਜਾਣਾ ਜੋ ਮੈਂ ਗੱਲਾਂ ਦੱਸ ਰਿਹਾ। ਸੋ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਇੰਡਸ ਰਿਵਰ ਨੂੰ ਪੁਰਾਣੇ ਜ਼ਮਾਨੇ ਵਿੱਚ ਕਿਹਾ ਜਾਂਦਾ ਸੀਗਾ ਸਿੰਧੂ। ਜੇਲਮ ਨੂੰ ਕਿਹਾ ਜਾਂਦਾ ਸੀਗਾ ਜੇਲਮ ਨੂੰ ਕਿਹਾ ਜਾਂਦਾ ਸੀਗਾ ਵਿਤਸਾ। ਤੇ ਗ੍ਰੀਕਸ ਇਹਨੂੰ ਕੀ ਕਹਿੰਦੇ ਸੀਗੇ? ਹੈਡਾਪੈਸਿਸ। ਇਹ ਪੁੱਛਿਆ ਹੋਇਆ ਕੁਐਸਚਨ ਹੈ ਵੀ ਗ੍ਰੀਕਸ ਜੇਲਮ ਨੂੰ ਕੀ ਕਹਿੰਦੇ ਸੀਗੇ? ਹੈਡਾਪੈਸਿਸ। ਚਹਿਨਾਬ ਨੂੰ ਐਂਸ਼ੀਅੰਟ ਟਾਈਮ ਦੇ ਵਿੱਚ ਕੀ ਕਿਹਾ ਜਾਂਦਾ ਸੀਗਾ? ਅਸਕਨੀ। ਵੈਸੇ ਕੀ ਕਿਹਾ ਜਾਂਦਾ? ਚੰਦਰਾ ਭਾਗਾ। ਚਹਿਨਾਬ ਨੂੰ ਚੰਦਰਾ ਭਾਗਾ ਵੀ ਕਿਹਾ ਜਾਂਦਾ ਹੈ। ਇਹਦੇ ਜਿਹੜੇ ਓਰੀਜਨ ਹੈ ਮੈਂ ਲਾਸਟ ਵੀਡੀਓ ਦੇ ਵਿੱਚ ਕਰਵਾਏ ਹੋਏ ਆ ਵੀ ਕਿੱਥੋਂ ਇਹ ਨਦੀਆਂ ਪੈਦਾ ਹੁੰਦੀਆਂ। ਲਾਸਟ ਵੀਡੀਓ ਜਾ ਕੇ ਜ਼ਰੂਰ ਵੇਖੋ। ਜੇਲਮ ਨੂੰ ਪੁਰਾਣੇ ਜ਼ਮਾਨੇ ਦੇ ਵਿੱਚ ਕੀ ਕਿਹਾ ਜਾਂਦਾ ਸੀਗਾ? ਵਿਤਸਤਾ। ਇਹਨੂੰ ਗ੍ਰੀਕਸ ਕੀ ਕਹਿੰਦੇ ਸੀਗੇ? ਹੈਡਾਪੈਸਿਸ। ਚਹਿਨਾਬ ਨੂੰ ਕੀ ਕਿਹਾ ਜਾਂਦਾ ਸੀਗਾ? ਅਸਕਨੀ। ਹੁਣ ਕੀ ਕਿਹਾ ਜਾਂਦਾ? ਚੰਦਰਾ ਭਾਗਾ ਵੀ ਕਿਹਾ ਜਾਂਦਾ ਕਿਉਂਕਿ ਦੋ ਟ੍ਰਿਬਿਊਟਰੀਜ਼ ਤੋਂ ਬਣੀ ਹੈ ਚੰਦਰਾ ਤੇ ਭਾਗਾ। ਚਹਿਨਾਬ ਬਣੀ ਹੈ ਦੋ ਟ੍ਰਿਬਿਊਟਰੀਜ਼ ਤੋਂ ਚੰਦਰਾ ਭਾਗਾ। ਐਂਸ਼ੀਅੰਟ ਟਾਈਮ ਵਿੱਚ ਇਹਨੂੰ ਕਿਹਾ ਜਾਂਦਾ ਸੀਗਾ ਅਸਕਨੀ। ਰਾਵੀ ਨੂੰ ਐਂਸ਼ੀਅੰਟ ਟਾਈਮ ਦੇ ਵਿੱਚ ਕੀ ਕਿਹਾ ਜਾਂਦਾ ਸੀਗਾ? ਪਰਸ਼ੁਨੀ। ਤੇ ਬਿਆਸ ਨੂੰ ਕਿਹਾ ਜਾਂਦਾ ਸੀਗਾ ਵਿਪਾਸ। ਇਹ ਸਾਰੀਆਂ ਗੱਲਾਂ ਆਪਾਂ ਯਾਦ ਰੱਖਣੀਆਂ। ਜੇਲਮ ਨੂੰ ਵਿਤਸਾ, ਚਹਿਨਾਬ ਨੂੰ ਅਸਕਨੀ, ਰਾਵੀ ਨੂੰ ਪਰਸ਼ੁਨੀ, ਬਿਆਸ ਨੂੰ ਵਿਪਾਸਾ।
ਸੋ ਇਹ ਕਿਉਂਕਿ ਇਹ ਕੁਐਸਚਨ ਪੁੱਛਿਆ ਗਿਆ ਸੀਗਾ ਰਾਵੀ ਰਿਵਰ ਨੂੰ ਕੀ ਕਿਹਾ ਜਾਂਦਾ ਸੀਗਾ ਐਂਸ਼ੀਅੰਟ ਟਾਈਮ ਦੇ ਵਿੱਚ, ਤਾਂ ਉਹਨੂੰ ਕਿਹਾ ਜਾਂਦਾ ਸੀਗਾ ਪਰਸ਼ੁਨੀ। ਕਈ ਜਿਹੜੇ ਆਪਣੇ ਪੇਪਰ ਹੈ ਤੁਹਾਨੂੰ ਵੇਖਣ ਨੂੰ ਮਿਲ ਜੂਗਾ ਇਹਨਾਂ ਦੇ ਐਂਸ਼ੀਅੰਟ ਨੇਮ। ਸੋ ਇਸ ਲਈ ਇਹ ਨੇਮਸ ਬਹੁਤ ਹੀ ਇੰਪੋਰਟੈਂਟ ਹੈ, ਜਿਹੜਾ ਆਪਣਾ ਆਉਣ ਵਾਲਾ PCS 2020 ਹੈ ਉਹਦੇ ਲਈ ਬਹੁਤ ਹੀ ਜ਼ਿਆਦਾ ਰੈਲੇਵੈਂਟ ਰਹਿਣਗੇ। ਸੋ ਆਪਾਂ ਅੱਗੇ ਪੜ੍ਹਦੇ ਹਾਂ। ਇਨ ਵਿਚ ਸਟੇਟ ਇਜ਼ ਦਾ ਗੁਰੂ ਸ਼ਿਖਰ ਪੀਕ ਲੋਕੇਟਿਡ। ਗੁਰੂ ਸ਼ਿਖਰ ਪੀਕ ਕਿਹੜੀ ਸਟੇਟ ਦੇ ਵਿੱਚ ਲੋਕੇਟਿਡ ਹੈ? ਤਾਂ ਆਪਣਾ ਆਨਸਰ ਆ ਜਾਊਗਾ ਉਹ ਰਾਜਸਥਾਨ ਦੀ ਅਰਾਵਲੀ ਹਿਲਸ ਤੇ ਲੋਕੇਟਿਡ ਹੈ ਗੁਰੂ ਸ਼ਿਖਰ ਪੀਕ। ਸੋ ਬਾਕੀ ਜਿਹੜੀਆਂ ਸਟੇਟਸ ਦੀਆਂ ਹਾਈਐਸਟ ਪੀਕ ਹੈ ਉਹ ਆਪਾਂ ਪੜ੍ਹਦੇ ਹਾਂ। ਮੱਧ ਪ੍ਰਦੇਸ਼ ਦੀ ਹਾਈਐਸਟ ਪੀਕ ਕਿਹੜੀ ਹੈ? ਧੂਪਗੜ੍ਹ। ਸੋ ਇਹ ਸਾਰੀਆਂ ਪੀਕਸ ਆਪਾਂ ਯਾਦ ਰੱਖਣੀਆਂ ਹੈ ਤੇ ਆਪਣੀ ਜਿਹੜੀ ਕਾਪੀ ਦੇ ਵਿੱਚ ਪੈਨ ਡਾਊਨ ਕਰ ਲਓ। ਮੱਧ ਪ੍ਰਦੇਸ਼ ਦੀ ਹਾਈਐਸਟ ਪੀਕ ਕਿਹੜੀ ਹੈ? ਧੂਪਗੜ੍ਹ। ਮਹਾਰਾਸ਼ਟਰ ਦੀ ਕਿਹੜੀ ਹੈ? ਕਲਸੂਬਾਈ। ਗੁਜਰਾਤ ਦੀ ਕਿਹੜੀ ਹੈ? ਗੁਜਰਾਤ ਦੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ, ਬਾਕੀ ਤੁਹਾਨੂੰ ਮੈਂ ਦੱਸਦਾ। ਮੇਘਾਲਿਆ ਦੀ ਹੈ ਸ਼ਿਲੋਂਗ ਪੀਕ। ਉੜੀਸਾ ਦੀ ਹੈ ਦਿਓਮਾਲੀ। ਪੰਜਾਬ ਦੀ ਹੈ ਅਨਮੈਨਡ ਪੁਆਇੰਟ ਔਨ ਦਾ ਰੇਂਜ। ਰਾਜਸਥਾਨ ਦੀ ਹੈ ਗੁਰੂ ਸ਼ਿਖਰ। ਤਾਮਿਲਨਾਡੂ ਦੀ ਹੈ ਦੋਦਾ ਬੇਟਾ। ਤੇ ਆਪਣੀ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਉੱਤਰਾਖੰਡ ਦੀ ਨੰਦਾ ਦੇਵੀ। ਤੇ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹੂੰਗਾ ਅੰਡਾਮਾਨ ਨਿਕੋਬਾਰ ਦੀ ਸੈਡਲ ਪੀਕ। ਇਹ ਸਾਰੀਆਂ ਚੀਜ਼ਾਂ ਆਪਾਂ ਧਿਆਨ ਦੇ ਵਿੱਚ ਰੱਖਣੀਆਂ। ਹਰਿਆਣਾ ਦੀ ਹੈ ਕਰੋ ਪੀਕ। ਗੁਜਰਾਤ ਦੀ ਹੈ ਗਿਰਨਾਰ ਪੀਕ। ਇਹ ਸਾਰੀਆਂ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਕਿਉਂਕਿ ਇਹ ਜਿਹੜੀਆਂ ਪੀਕਸ ਆਪਣੇ ਲਈ ਬਹੁਤ ਹੀ ਇੰਪੋਰਟੈਂਟ ਰਹਿਣਗੀਆਂ। ਸੋ ਆਪਾਂ ਫੇਰ ਥੋੜ੍ਹਾ ਜਿਹਾ ਰਿਪੀਟ ਕਰ ਲੈਂਦੇ ਇਹਨਾਂ ਨੂੰ। ਕੇਰਲਾ ਦੀ ਹੈ ਅੰਨਾਮੁੜੀ। ਮੱਧ ਪ੍ਰਦੇਸ਼ ਦੀ ਹੈ ਧੂਪਗੜ੍ਹ। ਮਹਾਰਾਸ਼ਟਰ ਦੀ ਕਲਸੂਬਾਈ। ਮੇਘਾਲਿਆ ਦੀ ਸ਼ਿਲੋਂਗ ਪੀਕ। ਉੜੀਸਾ ਦੀ ਦਿਓਮਾਲੀ। ਰਾਜਸਥਾਨ ਦੀ ਗੁਰੂ ਸ਼ਿਖਰ ਤੇ ਤਾਮਿਲਨਾਡੂ ਦੀ ਦੋਦਾ ਬੇਟਾ। ਸੋ ਸਾਰੀਆਂ ਗੱਲਾਂ ਆਪਾਂ ਧਿਆਨ ਦੇ ਵਿੱਚ ਰੱਖਣੀਆਂ। ਅੱਗੇ ਪੜ੍ਹਦੇ ਹਾਂ ਆਪਾਂ ਜਾ ਕੇ ਕੀ ਹੈ। ਔਨ ਵਿਚ ਆਫ ਦਾ ਫੋਲੋਇੰਗ ਰਿਵਰ ਇਜ਼ ਅ ਤਹਿਰੀ ਹਾਈਡਰੋ ਪਾਵਰ ਕੰਪਲੈਕਸ ਲੋਕੇਟਿਡ। ਜਿਹੜਾ ਆਪਣਾ ਤਹਿਰੀ ਹਾਈਡਰੋ ਪਾਵਰ ਕੰਪਲੈਕਸ ਹੈ ਕਿਹੜੇ ਰਿਵਰ ਤੇ ਲੋਕੇਟਿਡ ਹੈ? ਤਾਂ ਆਪਣਾ ਆਨਸਰ ਆ ਜਾਊਗਾ ਭਾਗੀਰਥੀ ਰਿਵਰ ਤੇ ਲੋਕੇਟਿਡ ਹੈ ਤੇਰੀ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ। ਭਾਗੀਰਥ ਤੇ ਅਲਕਾਂਡਾ ਮਿਲ ਕੇ ਬਣਾਉਂਦੀਆਂ ਦੇਵ ਪ੍ਰਯਾਗ, ਜਿਹਦੇ ਨਾਲ ਗੰਗਾ ਫਾਰਮ ਹੁੰਦੀ ਹੈ। ਅਲਕਾਂਡਾ ਤੇ ਭਾਗੀਰਥ ਮਿਲ ਕੇ ਕੀ ਬਣਾਉਂਦੀਆਂ? ਦੇਵ ਪ੍ਰਯਾਗ, ਜਿਹਦੇ ਨਾਲ ਮਿਲ ਕੇ ਫਾਰਮ ਹੁੰਦੀ ਹੈ ਗੰਗਾ। ਗੰਗਾ ਕਿੱਥੋਂ ਹੁੰਦੀ ਹੈ ਫਾਰਮ? ਗੰਗੋਤਰੀ ਗਲੇਸ਼ੀਅਰ ਤੋਂ। ਯਮੁਨਾ ਕਿੱਥੋਂ ਫਾਰਮ ਹੁੰਦੀ ਹੈ? ਯਮਨੋਤਰੀ ਤੋਂ। ਇਹ ਕਿੱਥੇ ਹੈ? ਉੱਤਰਾਖੰਡ ਦੇ ਵਿੱਚ ਹੈ। ਇਹ ਸਾਰੀਆਂ ਗੱਲਾਂ ਆਪਾਂ ਯਾਦ ਰੱਖਣੀਆਂ। ਜਿਹੜੀ ਆਪਣੀ ਗੰਗਾ ਹੈ ਸਭ ਤੋਂ ਲੌਂਗੈਸਟ ਰਿਵਰ ਹੈ, 2500 ਕਿਲੋਮੀਟਰ ਦੇ ਰਾਊਂਡ ਹੈ ਤੇ ਬੇ ਆਫ ਬੰਗਾਲ ਦੇ ਵਿੱਚ ਜਾ ਕੇ ਡਰੇਨ ਹੋ ਜਾਂਦੀ ਹੈ। ਕੁਛ ਰਾਈਟ ਬੈਂਕ ਜਾਂ ਲੈਫਟ ਬੈਂਕ ਟ੍ਰਿਬਿਊਟਰੀਜ਼ ਹੈ ਗੰਗਾ ਦੀਆਂ, ਉਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿਹੜੀਆਂ ਟ੍ਰਿਬਿਊਟਰੀਜ਼ ਹੈ। ਆਪਾਂ ਅੱਗੇ ਪੜ੍ਹਦੇ ਹਾਂ ਵੀ ਇਹਦੀ ਥੋੜੀ ਜਿਹੀ ਐਕਸਪਲੇਨੇਸ਼ਨ ਹੈ। ਤੇਰੀ ਹਾਈਡਰੋ ਪਾਵਰ ਕੰਪਲੈਕਸ ਇਜ਼ ਅੰਡਰ ਦਾ ਕੰਸਟਰਕਸ਼ਨ ਆਫ ਦਾ ਭਾਗੀਰਥ ਰਿਵਰ ਇਨ ਦਾ ਸਟੇਟ ਆਫ ਦਾ ਉੱਤਰਾਖੰਡ। ਤਹਿਰੀ ਡੈਮ ਇਜ਼ ਦਾ ਹਾਈਐਸਟ ਡੈਮ ਇਨ ਇੰਡੀਆ। ਇਹ ਵੀ ਆਪਾਂ ਯਾਦ ਰੱਖਣਾ ਹੈ ਵੀ ਜਿਹੜਾ ਤਹਿਰੀ ਡੈਮ ਹੈ ਉਹ ਸਭ ਤੋਂ ਹਾਈਐਸਟ ਹੈ। ਆਪਾਂ ਲਾਸਟ ਲੈਕਚਰ ਦੇ ਵਿੱਚ ਪੜ੍ਹਿਆ ਸੀ ਦਲੂਲ ਹਸਤੀ ਜਿਹੜਾ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਹੈ ਜਾਂ ਕਹਿ ਸਕਦੇ ਪਾਵਰ ਸਟੇਸ਼ਨ ਹੈ ਕਿਹੜੇ ਰਿਵਰ ਤੇ ਹੈ, ਉਹ ਤੁਸੀਂ ਮੈਨੂੰ ਦੱਸਣਾ ਕਮੈਂਟ ਸੈਕਸ਼ਨ ਦੇ ਵਿੱਚ। ਤੇ ਜਿਹੜਾ ਆਪਣਾ ਪਿਛਲਾ ਲੈਕਚਰ ਹੈ ਉਹਨੂੰ ਅੱਗੇ ਜ਼ਰੂਰ ਵੇਖਣਾ ਹੈ। ਉਹਦੇ ਵਿੱਚ ਆਪਾਂ ਪ੍ਰੋਪਰਲੀ ਕਰਵਾਏ ਹੋਏ ਆ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਰਿਵਰ ਬਿਆਸ ਤੇ, ਜਿਵੇਂ ਪੌਂਗ ਡੈਮ ਹੈ, ਜਿਹੜਾ ਆਪਣਾ ਰਿਵਰ ਰਾਵੀ ਹੈ ਉਹਦੇ ਤੇ ਰਣਜੀਤ ਸਾਗਰ ਡੈਮ ਹੈ, ਸਤਲੁਜ ਤੇ ਭਾਖੜਾ ਨੰਗਲ ਹੈ, ਚਹਿਨਾਬ ਤੇ ਸਲੂਲ ਜਾਂ ਕਹਿ ਸਕਦੇ ਸਲੂਲ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਹੈ। ਉਸ ਲੈਕਚਰ ਦੇ ਵਿੱਚ ਆਪਾਂ ਸਾਰੀ ਚੀਜ਼ਾਂ ਕਵਰ ਕੀਤੀਆਂ, ਉਹ ਜਾ ਕੇ ਜ਼ਰੂਰ ਵੇਖੋ। ਬਾਕੀ ਹੋਰ ਡਿਟੇਲ ਦੇ ਵਿੱਚ ਆਪਾਂ ਜੀਓਗ੍ਰਾਫੀ ਕਰਾਂਗੇ ਆਪਣੇ ਪੇਡ ਕੋਰਸਿਸ ਦੇ ਵਿੱਚ। ਆਪਾਂ ਅੱਗੇ ਪੜ੍ਹਦੇ ਹਾਂ ਕੀ ਹੈ। The resolution for removing the vice president of India can be moved in। ਜਿਹੜਾ ਆਪਣਾ ਵਾਈਸ ਪ੍ਰੈਜ਼ੀਡੈਂਟ ਨੂੰ ਜਦੋਂ ਆਪਾਂ ਡਿਸਮਿਸ ਕਰਨਾ ਹੁੰਦਾ ਜਾਂ ਉਹਨੂੰ ਰਿਮੂਵ ਕਰਨਾ ਹੁੰਦਾ ਇੰਪੀਚਮੈਂਟ ਦੇ ਦੁਆਰਾ, ਤਾਂ ਆਪਾਂ ਜਿਹੜਾ ਉਹਦਾ ਰੈਜ਼ੋਲੂਸ਼ਨ ਹੈ ਕਿਹੜੀ ਹਾਊਸ ਦੇ ਵਿੱਚ ਸ਼ੁਰੂ ਕਰਾਂਗੇ? ਤਾਂ ਉਹਦਾ ਆਨਸਰ ਆ ਜਾਊਗਾ ਓਨਲੀ ਰਾਜ ਸਭਾ ਦੇ ਵਿੱਚ ਹੀ ਸ਼ੁਰੂ ਕਰ ਸਕਦੇ ਆ। ਵਾਈਸ ਪ੍ਰੈਜ਼ੀਡੈਂਟ ਨੂੰ ਹਟਾਉਣ ਦਾ ਜਿਹੜਾ ਪ੍ਰੋਸੀਜਰ ਹੈ ਰਾਜ ਸਭਾ ਦੇ ਵਿੱਚ ਹੀ ਸ਼ੁਰੂ ਹੋਊਗਾ, ਕਿਉਂਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਉਹ ਇੱਕ ਤਰ੍ਹਾਂ ਦਾ ਐਕਸ ਆਫਿਸੋ ਚੇਅਰਮੈਨ ਵੀ ਹੈ ਰਾਜ ਸਭਾ ਦਾ, ਜਾਂ ਕਹਿ ਸਕਦੇ ਆ ਚੇਅਰਪਰਸਨ ਹੈ ਰਾਜ ਸਭਾ ਦਾ, ਉਹੀ ਵਾਈਸ ਪ੍ਰੈਜ਼ੀਡੈਂਟ ਹੈ। ਸੋ ਇਸ ਲਈ ਜਿਹੜਾ ਉਹਦਾ ਰਿਮੂਵਲ ਦਾ ਪ੍ਰੋਸੀਜਰ ਹੈ ਓਨਲੀ ਰਾਜ ਸਭਾ ਦੇ ਵਿੱਚ ਹੀ ਸਟਾਰਟ ਹੋ ਸਕਦਾ ਹੈ। ਸੋ ਇਸ ਚੀਜ਼ ਨੂੰ ਆਪਾਂ ਧਿਆਨ ਰੱਖਣਾ ਹੈ ਵੀ ਜਿਹੜਾ ਵਾਈਸ ਪ੍ਰੈਜ਼ੀਡੈਂਟ ਦਾ ਪ੍ਰੋਸੀਜਰ ਹੈ ਸਿਰਫ ਰਾਜ ਸਭਾ ਦੇ ਵਿੱਚ ਸਟਾਰਟ ਹੋਊਗਾ ਤੇ ਐਬਸੋਲਿਊਟ ਮੈਜੋਰਿਟੀ ਦੇ ਨਾਲ ਹੀ ਵਾਈਸ ਪ੍ਰੈਜ਼ੀਡੈਂਟ ਨੂੰ ਹਟਾਇਆ ਜਾ ਸਕਦਾ ਹੈ। ਕਿਉਂਕਿ ਕੱਲ ਨੂੰ ਪੁੱਛਿਆ ਜਾ ਸਕਦਾ ਹੈ ਵੀ ਕਿਹੜੀ ਮੈਜੋਰਿਟੀ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਨੂੰ ਹਟਾਇਆ ਜਾ ਸਕਦਾ ਹੈ, ਤਾਂ ਆਪਣਾ ਆਨਸਰ ਆ ਜਾਊਗਾ ਓਨਲੀ ਵਿਦ ਦ ਐਬਸੋਲਿਊਟ ਮੈਜੋਰਿਟੀ ਇਨ ਦਾ ਬੋਥ ਹਾਊਸਿਸ ਆਫ ਦਾ ਮਤਲਬ ਪਾਰਲੀਮੈਂਟ। ਜਿਹੜੀ ਆਪਣੀ ਰਾਜ ਸਭਾ ਦੇ ਵਿੱਚ ਐਬਸੋਲਿਊਟ ਮੈਜੋਰਿਟੀ ਚਾਹੀਦੀ ਹੈ ਤੇ ਲੋਕ ਸਭਾ ਦੇ ਵਿੱਚ ਸਿੰਪਲ ਮੈਜੋਰਿਟੀ ਨਾਲ ਵੀ ਕੰਮ ਚੱਲ ਜਾਊਗਾ। ਪਰ ਜਿਹੜਾ ਇਨੀਸ਼ੀਏਟ ਕਿੱਥੇ ਹੋਊਗਾ ਇਹ ਵਾਲਾ ਮੋਸ਼ਨ ਜਾਂ ਕਹਿ ਸਕਦੇ ਇਹ ਵਾਲਾ ਪ੍ਰੋਸੀਜਰ, ਇਹ ਸਟਾਰਟ ਹੋਊਗਾ ਓਨਲੀ ਰਾਜ ਸਭਾ ਦੇ ਵਿੱਚ। ਆਪਾਂ ਥੋੜੀ ਜਿਹੀ ਐਕਸਪਲੇਨੇਸ਼ਨ ਵੀ ਪੜ੍ਹ ਲੈਂਦੇ ਹਾਂ। ਵਾਈਸ ਪ੍ਰੈਜ਼ੀਡੈਂਟ ਕੈਨ ਬੀ ਰਿਮੂਵਡ ਫਰੋਮ ਹਿਜ਼ ਆਫਿਸ by the resolution passed by the Rajya Sabha by an absolute majority and agreed by the Lok Sabha। agreed ਦਾ ਮਤਲਬ ਇਹੀ ਹੋ ਗਿਆ ਵੀ ਸਿੰਪਲ ਮੈਜੋਰਿਟੀ।
ਰਾਜ ਸਭਾ ਦੇ ਵਿੱਚ ਐਬਸੋਲੂਟ ਮੈਜੋਰਿਟੀ ਚਾਹੀਦੀ ਹੈ, ਲੋਕ ਸਭਾ ਦੇ ਵਿੱਚ ਸਿੰਪਲ ਮੈਜੋਰਿਟੀ ਚਾਹੀਦੀ ਹੈ। ਹੋਪਫੁਲੀ ਇਹ ਸਾਰੀਆਂ ਮੈਜੋਰਿਟੀਜ਼ ਤੁਹਾਨੂੰ ਪਤਾ ਹੋਣਗੀਆਂ। ਆਪਾਂ ਅੱਗੇ ਇੱਕ ਹੋਰ ਕੁਐਸਚਨ ਕਰਦੇ ਹਾਂ। ਸੋ ਵਿਚ ਸ਼ਡਿਊਲ ਆਫ ਦ ਇੰਡੀਅਨ ਕਨਸਟੀਟਿਊਸ਼ਨ ਕੰਟੇਨ ਸਪੈਸ਼ਲ ਪ੍ਰੋਵੀਜ਼ਨ ਫॉर ਦ ਐਡਮਿਨਿਸਟ੍ਰੇਸ਼ਨ ਐਂਡ ਕੰਟਰੋਲ ਆਫ ਦ ਸ਼ਡਿਊਲ ਏਰੀਆ ਇਨ ਸੈਵਰਲ ਸਟੇਟਸ। ਸ਼ਡਿਊਲ ਏਰੀਆ ਦੇ ਨਾਲ ਕਿਹੜਾ ਆਪਣਾ ਸ਼ਡਿਊਲ ਹੈ ਉਹ ਡੀਲ ਕਰਦਾ ਹੈ। ਸ਼ਡਿਊਲ ਏਰੀਆ ਦੇ ਨਾਲ ਕਿਹੜਾ ਸ਼ਡਿਊਲ ਡੀਲ ਕਰਦਾ ਹੈ, ਜਿਹੜੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਪਣਾ ਕਨਸਟੀਟਿਊਸ਼ਨ 12 ਸ਼ਡਿਊਲ ਦੇ ਵਿੱਚ ਡਿਵਾਈਡਡ ਹੈ ਤੇ 25 ਪਾਰਟਸ ਦੇ ਵਿੱਚ ਡਿਵਾਈਡਡ ਹੈ, 465 ਆਰਟੀਕਲ ਹੈ। ਸੋ ਐਵੇਂ ਪੁੱਛਿਆ ਗਿਆ ਵੀ ਜਿਹੜਾ ਸ਼ਡਿਊਲ ਏਰੀਆ ਹੈ ਆਪਣੇ ਇੰਡੀਅਨ ਸਟੇਟ ਦੇ ਵਿੱਚ ਉਹ ਕਿਹੜੇ ਸ਼ਡਿਊਲ ਦੇ ਨਾਲ ਡੀਲ ਕਰਦੇ ਆ। ਸੋ ਆਪਣਾ ਆਨਸਰ ਆ ਜਾਊਗਾ 5th ਸ਼ਡਿਊਲ ਦੇ ਵਿੱਚ। ਜਿਹੜੇ 5th ਸ਼ਡਿਊਲ ਹੈ ਉਹ ਡੀਲ ਕਰਦਾ ਹੈ ਸ਼ਡਿਊਲ ਏਰੀਆਜ਼ ਦੇ ਨਾਲ। ਬਾਕੀ ਜਿਹੜਾ 6th ਸ਼ਡਿਊਲ ਹੈ ਉਹ ਡੀਲ ਕਰਦਾ ਸਪੈਸ਼ਲੀ ਜਿਹੜੇ ਸ਼ਡਿਊਲ ਏਰੀਆਜ਼ ਹੈ ਅਸਾਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ, ਅਰੁਣਾਚਲ। ਇਹਨੂੰ ਤੁਸੀਂ ਐਵੇਂ ਵੀ ਕਰ ਸਕਦੇ ਹੋ AM, TM ਜਾਂ A। ਇਹ ਸਾਰੀਆਂ ਗੱਲਾਂ ਆਪਾਂ ਧਿਆਨ ਰੱਖਣੀਆਂ। 5th ਸ਼ਡਿਊਲ ਦੇ ਵਿੱਚ ਕਿਹੜੀ ਚੀਜ਼ਾਂ ਆਉਂਦੀਆਂ, 6th ਦੇ ਵਿੱਚ ਕਿਹੜੀਆਂ ਆਉਂਦੀਆਂ। ਸੋ ਨਾਓ ਵੀ ਆਰ ਐਂਡਿੰਗ ਦਿਸ ਲੈਕਚਰ। ਅਗਰ ਤੁਹਾਨੂੰ ਇਹ ਸਾਡਾ ਲੈਕਚਰ ਵਧੀਆ ਲੱਗ ਰਿਹਾ ਹੋਣ ਤਾਂ ਆਪਣੇ ਰਿਵਿਊਜ਼ ਜ਼ਰੂਰ ਦਿਓ। ਜਿਹੜੇ ਸਾਡੇ ਪੇਡ ਕੋਰਸਿਸ ਹੈ CBC ਐਪ 'ਤੇ ਜਾ ਕੇ ਜੁਆਇਨ ਕਰ ਸਕਦੇ ਹੋ। ਹਿੰਦੀ ਅਤੇ ਪੰਜਾਬੀ ਦੇ ਵਿੱਚ ਦੋਨਾਂ ਦੇ ਵਿੱਚ ਹੀ ਅਸੀਂ PCS ਦੇ ਕੋਰਸਿਸ ਲਾਂਚ ਕਰ ਰੱਖੇ ਆ। ਸੋ ਥੈਂਕ ਯੂ ਫॉर एवरीवन फॉर वाचिंग दिस लेक्चर। थैंक यू वेरी मच। थैंक यू।